Hello student, today we will discuss some common definition। ਇਹ ਜਿਹੜੀ ਡੈਫੀਨੇਸ਼ਨ ਤੁਹਾਨੂੰ ਤਾਂ ਸਮਝ ਆਉਣਗੀਆਂ ਜੇ ਤੁਸੀਂ ਯੂਨੀਫਾਰਮ ਸਰਕੂਲਰ ਮੋਸ਼ਨ ਜਿਹੜਾ ਆਪਾਂ ਨੇ ਪਹਿਲਾਂ ਕੀਤਾ ਸੀ ਉਹਨੂੰ ਚੰਗੀ ਤਰ੍ਹਾਂ ਸਟੱਡੀ ਕੀਤਾ ਹੋਊਗਾ ਤੇ ਉਹਨਾਂ ਦੀ ਡੈਫੀਨੇਸ਼ਨ ਤੇ ਐਗਜ਼ਾਮਪਲਾਂ ਸਟੱਡੀ ਕੀਤੀਆਂ। ਹੁਣ ਜਿਹੜਾ ਆਪਾਂ ਪਹਿਲਾ ਯੂਨਿਟ ਕੀਤੀ ਸੀ ਮੋਸ਼ਨ ਇਨ ਸਟ੍ਰੇਟ ਲਾਈਨ, ਉਹਦੇ ਵਿੱਚ ਆਪਾਂ ਸਿੰਪਲ ਡਿਸਪਲੇਸਮੈਂਟ ਪੜ੍ਹਿਆ ਸੀ ਕੀ ਹੁੰਦਾ ਹੈ। ਡਿਸਪਲੇਸਮੈਂਟ ਕੀ ਹੁੰਦਾ ਕਿ ਸ਼ਾਰਟੈਸਟ ਡਿਸਟੈਂਸ ਬਿਟਵੀਨ ਟੂ ਪੁਆਇੰਟ। ਹੁਣ ਐਂਗੂਲਰ ਡਿਸਪਲੇਸਮੈਂਟ ਦੇ ਵਿੱਚ ਕੀ ਹੁੰਦਾ ਹੈ, ਜਿਹੜਾ ਐਂਗੂਲਰ ਡਿਸਪਲੇਸਮੈਂਟ ਹੁੰਦਾ ਹੈ ਇਹਦੇ ਵਿੱਚ ਆਪਾਂ ਜਦੋਂ ਆਬਜੈਕਟ ਮੂਵ ਕਰਾਉਂਦੇ ਆ ਇਨ ਪਲੇਨ ਦੇ ਵਿੱਚ, ਮੀਨਸ ਜਦੋਂ ਆਬਜੈਕਟ 2 ਡਾਇਮੈਂਸ਼ਨ 'ਚ ਮੂਵ ਕਰਦਾ ਹੈ ਤਾਂ ਉਹਦੀ ਜਿਹੜੀ ਡਿਸਪਲੇਸਮੈਂਟ ਹੁੰਦੀ ਹੈ ਉਹਨੂੰ ਆਪਾਂ ਐਂਗੂਲਰ ਡਿਸਪਲੇਸਮੈਂਟ ਕਹਿੰਦੇ ਹਾਂ। ਉਹਦੇ ਲਈ ਮੈਂ ਇੱਥੇ ਇੱਕ ਐਗਜ਼ਾਮਪਲ ਲਈ ਸਰਕਲ ਡਰਾ ਕੀਤਾ। ਸਰਕਲ ਤੁਹਾਨੂੰ ਪਤਾ ਓਰੀਜਨ O ਆ, ਸੈਂਟਰ ਕਹਿ ਲਓ O ਆ, ਤੇ ਉਹਦਾ ਜਿਹੜਾ ਰੇਡੀਅਸ ਆ ਉਹ ਹੈਗਾ R। ਤੇ ਜਿਹੜਾ ਪਾਰਟੀਕਲ ਆ ਉਹ ਜਦੋਂ ਟਾਈਮ 0 ਸੈਕਿੰਡ ਆ ਉਹ A ਪੁਆਇੰਟ ਦੇ ਉੱਪਰ ਖੜਾ ਹੈ। ਆਫਟਰ ਸਮ ਟਾਈਮ T, ਜਦੋਂ ਟਾਈਮ T ਹੋ ਜਾਂਦਾ ਜਿਹੜਾ ਪਾਰਟੀਕਲ ਆ ਉਹ ਮੂਵ ਕਰਦਾ ਕਿੱਥੇ, B ਤੱਕ। ਤੇ ਜਦੋਂ A ਤੋਂ B ਜਾਂਦਾ ਹੈ ਤਾਂ ਉਹਦੇ ਵਿਚਕਾਰ ਜਿਹੜਾ ਐਂਗਲ ਬਣਦਾ ਥੀਟਾ, ਆ ਜਿਹੜਾ ਮੈਂ ਬਣਾਇਆ ਹੋਇਆ ਦਿਸ ਵਨ, ਆ ਐਂਗਲ ਥੀਟਾ, ਇਹ ਜਿਹੜਾ ਥੀਟਾ ਐਂਗਲ ਆ ਉਹ ਕੀ ਸ਼ੋ ਕਰਦਾ ਆਪਾਂ ਨੂੰ, ਐਂਗੂਲਰ ਡਿਸਪਲੇਸਮੈਂਟ ਬਾਰੇ। ਸੋ ਡੈਫੀਨੇਸ਼ਨ ਲਿਖੀ ਹੋਈ ਆ, ਇੱਕ ਵਾਰ ਰੀਡ ਕਰ ਲੈਂਦੇ ਆਪਾਂ। The angle subtended by a moving particle at fixed point is called angular displacement। ਸੋ ਇਹ ਡੈਫੀਨੇਸ਼ਨ ਐਂਗੂਲਰ ਡਿਸਪਲੇਸਮੈਂਟ ਦੀ। ਹੁਣ ਅੱਗੇ ਆ ਜਾਂਦਾ ਕਿ ਇਹਨੂੰ ਰਿਪਰੈਜ਼ੈਂਟ ਨੂੰ ਦੱਸਿਆ ਕਿ ਇਹਨੂੰ ਥੀਟੇ ਨਾਲ ਕਹਿੰਦੇ ਆਪਾਂ, ਥੀਟੇ ਨਾਲ ਰਿਪਰੈਜ਼ੈਂਟ ਕੀਤਾ ਜਾਂਦਾ। ਇਹਦੀ ਜਿਹੜੀ SI ਯੂਨਿਟ ਆ ਉਹ ਹੈਗੀ ਆ ਰੇਡੀਅਨ। 1 ਨੰਬਰ ਦਾ ਕੁਐਸਚਨ ਬਣ ਜਾਂਦਾ ਹੈ। ਉਹ ਤੋਂ ਬਾਅਦ ਇਹ ਕੋਈ ਡਾਇਮੈਂਸ਼ਨ ਨਹੀਂ ਰੱਖਦਾ, ਇਸ ਕਰਕੇ ਇਹਨੂੰ ਆਪਾਂ ਡਾਇਮੈਂਸ਼ਨਲੈਸ ਕੁਆਂਟੀਟੀ ਕਹਿੰਦੇ ਆ। ਇਹ ਆਪਾਂ ਪੜ੍ਹ ਚੁੱਕੇ ਹਾਂ ਜਦੋਂ ਆਪਾਂ ਯੂਨਿਟ ਫਸਟ ਦੇ ਵਿੱਚ ਸਟੱਡੀ ਕੀਤਾ ਸੀ, ਇਹਦੇ ਵਿੱਚ ਹੈ ਨਾ, ਯੂਨਿਟਸ ਵਗੈਰਾ ਡਾਇਮੈਂਸ਼ਨ ਵਗੈਰਾ ਕੀ ਹੁੰਦੀ ਹੈ। ਤੇ ਇੱਕ ਆਹ ਫਾਰਮੂਲਾ ਯਾਦ ਰੱਖਣਾ ਹੈ ਕਿ ਜਿਹੜਾ ਐਂਗੂਲਰ ਡਿਸਪਲੇਸਮੈਂਟ ਆ ਜਿਹਨੂੰ ਥੀਟੇ ਨਾਲ ਰਿਪਰੈਜ਼ੈਂਟ ਕੀਤਾ ਜਾਂਦਾ ਹੈ ਉਹ ਕਿਹਦੇ ਬਰਾਬਰ ਹੈ, ਆਰਕ AB ਅਪੋਨ ਰੇਡੀਅਸ। ਆ ਕੀ ਆਪਣਾ ਰੇਡੀਅਸ। ਦੇਖੋ ਆਰਕ AB ਕੀ ਸੀ ਆਪਣੀ, ਆਹ ਡਾਇਗਰਾਮ ਦੇ ਵਿੱਚ ਜਿਹੜੀ A ਤੋਂ ਲੈ ਕੇ B ਤੱਕ ਬਣਦੀ ਆ ਇਹ ਕੀ ਆਪਣੀ ਇੱਕ ਆਰਕ। ਜਾਂ ਕਹਿ ਲਓ ਜਿਹੜਾ ਐਂਗੂਲਰ ਡਿਸਪਲੇਸਮੈਂਟ ਆ ਉਹ ਕਿਹਦੇ ਇਕੁਅਲ ਹੁੰਦਾ ਹੈ, ਲੈਂਥ ਆਫ ਦਾ ਆਰਕ, ਆ ਲੈਂਥ ਆਫ ਆਰਕ ਡਿਵਾਈਡ ਬਾਏ ਉਹਦੇ ਰੇਡੀਅਸ ਤੇ। ਜਦੋਂ ਉਹਨਾਂ ਨੂੰ ਡਿਵਾਈਡ ਕਰ ਦਿੰਦੇ ਆ ਦੈਨ ਵੀ ਗੈਟ ਐਂਗੂਲਰ ਡਿਸਪਲੇਸਮੈਂਟ। ਇਹ ਸੀ ਆਪਣਾ ਐਂਗੂਲਰ ਡਿਸਪਲੇਸਮੈਂਟ ਬਾਰੇ। ਅੱਗੇ ਆ ਜਾਂਦਾ ਐਂਗੂਲਰ ਵੈਲੋਸਿਟੀ। ਹੁਣ ਜਿਵੇਂ ਆਪਾਂ ਨੇ ਵੈਲੋਸਿਟੀ ਪੜ੍ਹੀ ਸੀ, ਕੀ ਹੁੰਦੀ ਸੀ ਉਹਦੇ ਵਿੱਚ ਪੜ੍ਹਿਆ ਸੀ ਕਿ ਚੇਂਜ ਇਨ ਡਿਸਪਲੇਸਮੈਂਟ ਪਰ ਯੂਨਿਟ ਟਾਈਮ। ਤਾਂ ਇਹਦੇ ਵਿੱਚ ਕੀ ਹੁੰਦਾ ਹੈ ਐਂਗੂਲਰ ਵੈਲੋਸਿਟੀ ਦੇ ਵਿੱਚ ਦੀ ਡੈਫੀਨੇਸ਼ਨ ਕਹਿੰਦੀ ਹੈ ਕਿ ਜੇਕਰ ਐਂਗੂਲਰ ਡਿਸਪਲੇਸਮੈਂਟ ਚੇਂਜ ਹੋਵੇ ਵਿਦ ਰਿਸਪੈਕਟ ਟੂ ਟਾਈਮ, ਰੇਟ ਆਫ ਚੇਂਜ ਆਫ ਐਂਗੂਲਰ ਡਿਸਪਲੇਸਮੈਂਟ ਆਫ ਅ ਪਾਰਟੀਕਲ, ਉਹਨੂੰ ਕੀ ਕਿਹਾ ਜਾਂਦਾ ਵੀ, ਐਂਗੂਲਰ ਵੈਲੋਸਿਟੀ। ਸੋ ਜਿਹੜੀ ਐਂਗੂਲਰ ਵੈਲੋਸਿਟੀ ਆ ਉਹਨੂੰ ਰਿਪਰੈਜ਼ੈਂਟ ਕਰਦੇ ਆ ਓਮੇਗਾ। ਇਹਨੂੰ ਕਹਿੰਦੇ ਆਪਾਂ ਓਮੇਗਾ। ਯਾਦ ਰੱਖਣਾ ਸਿੰਬਲ ਵਗੈਰਾ, ਕਨਫਿਊਜ਼ ਨਹੀਂ ਹੋਣਾ। ਜਿਹੜੀ ਐਂਗੂਲਰ ਵੈਲੋਸਿਟੀ ਆ ਉਹਨੂੰ ਓਮੇਗਾ ਨਾਲ ਰਿਪਰੈਜ਼ੈਂਟ ਕੀਤਾ ਜਾਂਦਾ। ਇਹ ਕਿਹਦੇ ਇਕੁਅਲ ਆਉਂਦੀ ਆ, ਥੀਟਾ ਕੀ ਸੀ ਆਪਣਾ, ਐਂਗੂਲਰ ਡਿਸਪਲੇਸਮੈਂਟ। ਜੇ ਆਪਾਂ ਨੇ ਚੇਂਜ ਦੀ ਗੱਲ ਕਰਨੀ ਆ ਤਾਂ ਆਪਾਂ ਮੂਹਰੇ ਕੀ ਲਾ ਦਿੰਦੇ ਆ ਉਹਦੇ, ਡੈਲਟਾ। ਡੈਲਟਾ ਥੀਟਾ ਅਪੋਨ ਡੈਲਟਾ T, ਟਾਈਮ ਇੰਟਰਵਲ ਦੇ ਵਿਚਕਾਰ ਜਿਹੜੀ ਚੇਂਜ ਆਉਂਦੀ ਆ ਡਿਸਪਲੇਸਮੈਂਟ ਦੇ ਵਿਚਕਾਰ, ਉਸ ਨੂੰ ਕੀ ਕਹਿੰਦੇ ਆਪਾਂ, ਐਂਗੂਲਰ ਵੈਲੋਸਿਟੀ। ਸੋ ਇਹ ਉਹਦਾ ਫਾਰਮੂਲਾ ਹੈ। ਇਹ ਵੀ ਤੁਸੀਂ ਯਾਦ ਕਰਨਾ, ਇੰਪੋਰਟੈਂਟ ਫਾਰਮੂਲੇ ਨੇ ਇਹਨਾਂ ਦੇ, ਕੁਝ ਨੂਮੈਰੀਕਲ ਵੀ ਕਰਾਂਗੇ ਅੱਗੇ ਆਪਾਂ। ਫਿਰ ਆ ਜਾਂਦਾ ਇਹਨਾਂ ਦੀ ਯੂਨਿਟ, ਜਿਹੜਾ ਐਂਗੂਲਰ ਵੈਲੋਸਿਟੀ ਆ ਉਹਦੀ ਯੂਨਿਟ ਹੈਗੀ ਆ ਰੇਡੀਅਨ ਅਪੋਨ ਸੈਕਿੰਡ। ਠੀਕ ਹੈ, ਜਦ ਸਿੰਪਲ ਕਹਿ ਲਓ ਇਹਨੂੰ ਇਸ ਤਰ੍ਹਾਂ ਵੀ ਲਿਖ ਸਕਦੇ ਆਪਾਂ, ਰੇਡੀਅਨ ਪਰ ਸੈਕਿੰਡ। ਇਹ ਵੀ ਲਿਖ ਸਕਦੇ ਆਪਾਂ। ਇਹਦਾ ਜਿਹੜਾ ਡਾਇਮੈਂਸ਼ਨ ਫਾਰਮੂਲਾ ਹੈ, ਡਾਇਮੈਂਸ਼ਨ ਫਾਰਮੂਲਾ ਐਂਗੂਲਰ ਵੈਲੋਸਿਟੀ ਦਾ ਉਹ ਹੈ m0L0T-1। ਇਹ ਯਾਦ ਰੱਖਣਾ ਤੁਸੀਂ। ਇਹ ਸਾਰੇ ਇਹਨਾਂ ਦੇ ਬੇਸਿਕ ਕੰਸੈਪਟ ਨੇ, ਇੱਕ ਨੰਬਰ ਦੇ ਕੁਐਸਚਨ ਬਣ ਜਾਂਦੇ ਇਹਨਾਂ ਚੋਂ। ਸੋ ਇਹ ਸੀ ਐਂਗੂਲਰ ਵੈਲੋਸਿਟੀ। ਉਸ ਤੋਂ ਬਾਅਦ ਆਪਾਂ ਪੜਾਂਗੇ ਇਹਦੇ ਵਿੱਚ
ਨੈਕਸਟ ਟੌਪਿਕ ਹੈਗਾ ਟਾਈਮ ਪੀਰੀਅਡ। ਹੁਣ ਟਾਈਮ ਪੀਰੀਅਡ ਕੀ ਹੁੰਦਾ ਹੈ? ਟਾਈਮ ਪੀਰੀਅਡ ਨੂੰ ਸਮਝਣ ਵਾਸਤੇ ਤੁਸੀਂ ਆਹੀ ਡਾਇਗਰਾਮ ਦੇਖੋ ਜਿਹੜੀ ਆਪਾਂ ਨੇ ਬਣਾਈ ਸੀ, ਜਿਵੇਂ ਆਹ ਵਾਲੀ। ਇਹਦੇ ਵਿੱਚ ਕੀ ਹੁੰਦਾ ਹੈ ਕਿ ਜਿਹੜਾ ਆਹ ਦੇਖੋ, ਜਦੋਂ ਪਾਰਟੀਕਲ ਇੱਕ ਸਰਕੂਲਰ ਮੋਸ਼ਨ ਦੇ ਆਲੇ ਦੁਆਲੇ ਰਿਵੋਲਵ ਕਰਦਾ ਹੈ, ਇੱਕ ਪੂਰਾ ਚੱਕਰ ਲਾਉਂਦਾ ਉਹ ਏ ਤੋਂ ਚੱਲ ਕੇ ਫਿਰ ਉਹ ਏ ਤੇ ਹੀ ਪਹੁੰਚ ਜਾਂਦਾ ਹੈ, ਤਾਂ ਜਿੰਨਾ ਉਹਨੂੰ ਸਮਾਂ ਲੱਗਿਆ, ਜਿੰਨਾ ਟਾਈਮ ਲੱਗਿਆ, ਉਹ ਕੀ ਹੁੰਦਾ? ਉਹਦਾ ਟਾਈਮ ਪੀਰੀਅਡ ਹੁੰਦਾ ਹੈ। ਤਾਂ ਦੇਖੋ ਵੀ ਹੁਣ ਡਾਇਗਰਾਮ ਤੋਂ ਬਾਅਦ ਡੈਫੀਨੇਸ਼ਨ ਸਮਝ ਆਊਗੀ ਤੁਹਾਨੂੰ। ਦ ਟਾਈਮ ਟੇਕਨ ਬਾਏ ਪਾਰਟੀਕਲ ਟੂ ਕੰਪਲੀਟ ਵਨ ਰੈਵੋਲੂਸ਼ਨ along its circular path is called its time period। ਸੋ ਇਹ ਤੋਂ ਬਾਅਦ ਆ ਜਾਂਦਾ, ਇਹਨੂੰ ਡਿਨੋਟ ਆਪਾਂ ਨੂੰ ਪਤਾ ਕੈਪੀਟਲ ਟੀ ਨਾਲ ਕਰਾਂਗੇ, ਇਹਦੀ ਯੂਨਿਟ ਸਭ ਨੂੰ ਪਤਾ ਹੈ ਸੈਕਿੰਡ ਹੁੰਦੀ ਹੈ ਟਾਈਮ ਦੀ। ਫਿਰ ਨੈਕਸਟ ਟੌਪਿਕ ਆ ਜਾਂਦਾ ਫ੍ਰੀਕੁਐਂਸੀ ਕੀ ਹੁੰਦੀ ਹੈ? ਫ੍ਰੀਕੁਐਂਸੀ ਹੁੰਦੀ ਹੈ ਕਿ ਜਦੋਂ ਕੋਈ ਆਬਜੈਕਟ ਸਰਕੂਲਰ ਮੋਸ਼ਨ ਦੇ ਵਿੱਚ ਮੂਵ ਕਰਦਾ ਹੋਵੇ ਤਾਂ ਉਹ 1 ਸੈਕਿੰਡ ਦੇ ਵਿੱਚ ਕਿੰਨੇ ਚੱਕਰ ਲਾਉਂਦਾ? 1 ਸੈਕਿੰਡ ਦੇ ਵਿੱਚ ਕਿੰਨੇ ਚੱਕਰ ਲਾਉਂਦਾ ਹੈ, ਉਸ ਨੂੰ ਕੀ ਕਹਿੰਦੇ ਆ? ਉਸ ਪਾਰਟੀਕਲ ਦੀ ਫ੍ਰੀਕੁਐਂਸੀ। ਡੈਫੀਨੇਸ਼ਨ ਕੀ ਆ? The frequency of an object in a circular motion is defined as number of revolution completed per unit time। ਕਿ 1 ਸੈਕਿੰਡ ਦੇ ਵਿੱਚ ਉਹ ਕਿੰਨੇ ਚੱਕਰ ਲਾ ਲੈਂਦਾ ਹੈ, ਉਸ ਨੂੰ ਕੀ ਕਹਿੰਦੇ ਆ? ਉਹਦੀ ਫ੍ਰੀਕੁਐਂਸੀ। ਹੁਣ ਇਹਦੇ ਵਾਸਤੇ ਦੇਖੋ ਸਿੰਬਲ ਵਰਤਦੇ ਆਪਾਂ ਨਿਊ, ਇਹਨੂੰ ਕਹਿੰਦੇ ਆਪਾਂ ਨਿਊ, NHU। ਸਿੰਬਲ ਨੂੰ ਪ੍ਰੋਨਾਊਂਸ ਕਰਨਾ ਤੁਸੀਂ ਨਿਊ ਨਾਲ। ਉਹ ਤੋਂ ਬਾਅਦ ਦੇਖੋ ਵੀ ਹੁਣ ਇਹਦੇ ਵਿੱਚ ਇੱਕ ਆ ਇੰਪੋਰਟੈਂਟ ਟੌਪਿਕ ਆ ਕਿ ਜਿਹੜਾ ਟਾਈਮ ਪੀਰੀਅਡ ਆ ਤੇ ਫ੍ਰੀਕੁਐਂਸੀ ਆ, ਇਹਨਾਂ ਦੇ ਵਿੱਚ ਆਪਸ ਵਿੱਚ ਕੀ ਰਿਲੇਸ਼ਨ? ਤਾਂ ਜਿਹੜਾ ਟਾਈਮ ਪੀਰੀਅਡ ਹੁੰਦਾ ਹੈ ਉਹ ਇਨਵਰਸਲੀ ਪ੍ਰਪੋਰਸ਼ਨਲ ਹੁੰਦਾ ਹੈ ਕਿਹਦੇ? ਫ੍ਰੀਕੁਐਂਸੀ ਦੇ। ਮਤਲਬ ਐਂ ਕਹਿ ਲਓ, ਜੇ ਫ੍ਰੀਕੁਐਂਸੀ ਇਜ਼ ਆਪੋਜ਼ਿਟ ਟੂ ਟਾਈਮ ਪੀਰੀਅਡ ਜਾਂ ਇਨਵਰਸਲੀ ਪ੍ਰਪੋਰਸ਼ਨਲ ਟੂ ਟਾਈਮ ਪੀਰੀਅਡ। ਜੇ ਟਾਈਮ ਪੀਰੀਅਡ ਘੱਟ ਲੱਗੂਗਾ ਤਾਂ ਫ੍ਰੀਕੁਐਂਸੀ ਜ਼ਿਆਦਾ ਆਵੇਗੀ, ਜੇ ਟਾਈਮ ਜ਼ਿਆਦਾ ਲੱਗ ਰਿਹਾ ਮਤਲਬ ਉਹਦੀ ਫ੍ਰੀਕੁਐਂਸੀ ਕੀ ਹੋਊਗੀ? ਘੱਟ ਹੋਵੇਗੀ। ਸੋ ਇੱਥੇ ਤੱਕ ਸਾਰੀ ਤੁਸੀਂ ਟੌਪਿਕ ਨੂੰ ਦੁਬਾਰਾ ਰਿਵਾਈਜ਼ ਕਰ ਲੈਣਾ ਜੇ ਤੁਹਾਨੂੰ ਕਿਸੇ ਵੀ ਟੌਪਿਕ ਦੇ ਵਿੱਚ ਪ੍ਰੋਬਲਮ ਆਉਂਦੀ। ਤੋਂ ਇਹ ਤੋਂ ਬਾਅਦ ਆਪਾਂ ਨੈਕਸਟ ਟੌਪਿਕ ਕਰਾਂਗੇ, ਇਹਦੇ ਵਿੱਚ ਇਹ 2 ਨੰਬਰ ਦਾ ਕੁਐਸਚਨ ਬਣ ਜਾਂਦਾ ਕਿ ਤੁਸੀਂ ਡਿਡਿਊਸ ਕਰਨਾ ਹੈ ਰਿਲੇਸ਼ਨਸ਼ਿਪ ਬਿਟਵੀਨ ਐਂਗੂਲਰ ਵੈਲੋਸਿਟੀ, ਫ੍ਰੀਕੁਐਂਸੀ ਅਤੇ ਟਾਈਮ ਪੀਰੀਅਡ। ਇਹਨਾਂ ਤਿੰਨਾਂ ਦੇ ਵਿੱਚ ਆਪਸ ਦੇ ਵਿੱਚ ਕੀ ਰਿਲੇਸ਼ਨ? ਹੁਣ ਆਹ ਦੇਖੋ, ਪਹਿਲਾਂ ਤਾਂ ਆਹ ਥੀਟਾ ਇਜ਼ ਇਕੁਅਲ ਟੂ 2 ਪਾਈ ਰੇਡੀਅਨ। ਇਹ ਕੀ ਮਤਲਬ ਆ? ਦੇਖੋ ਜਿਹੜਾ ਜਦੋਂ ਆਪਾਂ ਆਹ ਪੁਆਇੰਟ ਆ ਇੱਥੋਂ ਚੱਲ ਕੇ ਪੂਰਾ ਚੱਕਰ ਕੰਪਲੀਟ ਕੀਤਾ, ਇਹ ਕਿੰਨਾ ਬਣਦਾ? 360 ਡਿਗਰੀ। ਇਹ 360 ਡਿਗਰੀ ਦਾ ਹੁੰਦਾ, ਪਰ ਆਪਾਂ ਹੁਣ ਰੇਡੀਅਨ ਜਿਹੜਾ ਐਂਗਲ ਪੜਿਆ ਸੀ ਉਹ ਪੜਿਆ ਸੀ ਆਪਾਂ ਨੇ ਰੇਡੀਅਨ ਦੇ ਵਿੱਚ। ਤਾਂ ਜਿਹੜਾ 360 ਡਿਗਰੀ ਆ ਉਹ ਕਿਹਦੇ ਬਰਾਬਰ ਹੁੰਦੀ ਆ? 2 ਪਾਈ ਰੇਡੀਅਨ ਦੀ। ਤਾਂ ਜਿਹੜਾ ਆਪਾਂ ਨੇ 2 ਪਾਈ ਰੇਡੀਅਨ ਆ ਇਹ ਕਿਹਦੇ ਬਰਾਬਰ ਆ? ਥੀਟਾ। ਤੇ ਥੀਟਾ ਕਿਹਦੇ ਬਰਾਬਰ ਹੁੰਦਾ ਆਪਣਾ? ਪੂਰਾ ਜਦੋਂ ਸਰਕਲ, ਜਦੋਂ ਕੋਈ ਪਾਰਟੀਕਲ ਪੂਰਾ ਚੱਕਰ ਘੁੰਮ ਕੇ ਆ ਜਾਂਦਾ ਹੈ ਉਹ ਕਿੰਨੇ ਡਿਗਰੀ ਦਾ ਐਂਗਲ ਬਣਾਉਂਦਾ ਹੈ? 360 ਡਿਗਰੀ ਦਾ। ਉਸ ਨੂੰ ਜੇ ਆਪਾਂ ਰੇਡੀਅਨ ਦੀ ਫਾਰਮ 'ਚ ਲਿਖਣਾ ਹੋਵੇ ਤਾਂ ਆਪਾਂ ਇਸ ਤਰ੍ਹਾਂ ਲਿਖਾਂਗੇ। ਸੋ ਇਹਨੂੰ ਇੱਕ ਵਾਰ ਦੁਬਾਰਾ ਦੇਖ ਲਿਓ। ਸੋ ਤੁਹਾਨੂੰ ਥੀਟਾ ਪਤਾ ਲੱਗ ਗਿਆ, ਇਹਦੇ ਵਿੱਚ ਥੀਟਾ 2 ਪਾਈ ਰੇਡੀਅਨ ਦਾ ਮਤਲਬ ਕੀ ਆ? ਆਪਾਂ ਨੇ ਮੰਨ ਲਿਆ ਕਿ ਜਿਹੜਾ ਟਾਈਮ ਲੱਗਦਾ ਉਹਨੂੰ ਚੱਕਰ ਲਾਉਣ ਦੇ ਵਿੱਚ ਉਹ ਹੈਗਾ ਕੈਪੀਟਲ ਟੀ। ਫਿਰ ਮੈਂ ਇੱਥੇ ਐਂਗੂਲਰ ਵੈਲੋਸਿਟੀ ਦੀ ਡੈਫੀਨੇਸ਼ਨ ਲਾਈ। ਐਂਗੂਲਰ ਵੈਲੋਸਿਟੀ ਹੁੰਦੀ ਆ ਐਂਗੂਲਰ ਡਿਸਪਲੇਸਮੈਂਟ ਅਪੋਨ ਟਾਈਮ। ਸੋ ਇਹਦੇ ਵਿੱਚ ਮੈਂ ਵੈਲਿਊ ਪੁੱਟ ਕਰੂੰਗਾ। ਦੇਖੋ ਵੀ, ਦੇਖੋ ਐਂਗੂਲਰ ਵੈਲੋਸਿਟੀ ਨੂੰ ਮੈਂ ਦੱਸਿਆ ਸੀ ਤੁਹਾਨੂੰ ਓਮੇਗਾ ਨਾਲ ਲਿਖਿਆ ਜਾਂਦਾ ਹੈ। ਆਹ ਹੁੰਦਾ ਐਂਗੂਲਰ ਡਿਸਪਲੇਸਮੈਂਟ, ਆਹ ਹੋ ਗਿਆ ਟਾਈਮ। ਹੁਣ ਜਿਹੜਾ ਆਪਾਂ ਨੇ ਐਂਗੂਲਰ ਡਿਸਪਲੇਸਮੈਂਟ ਆ ਉਹ ਕਿਹਦੇ ਇਕੁਅਲ ਲਿਆ ਸੀ? 2 ਪਾਈ ਦੇ ਅਪੋਨ ਟੀ। ਇਹ ਤੋਂ ਬਾਅਦ ਮੈਂ ਕੀ ਕੀਤਾ, ਜਿਹੜਾ ਟੀ ਆ ਉਹਨੂੰ ਸਾਈਡ ਤੇ ਲਿਖਤਾ, 2 ਪਾਈ ਇਨਟੂ ਕਰਕੇ 1 ਅਪੋਨ ਟੀ ਕਰਤਾ।
ਇਹ 1/t ਮਤਲਬ ਜੇ ਇਹਨੂੰ ਆਪਾਂ ਮਲਟੀਪਲਾਈ ਕਰਾਂਗੇ ਤਾਂ ਆਪਾਂ ਨੂੰ ਇਹੀ ਰਿਜ਼ਲਟ ਮਿਲੂਗਾ। ਇਹਦੇ ਵਿੱਚ ਕੋਈ ਹੋਰ ਨਹੀਂ ਹੈਗਾ, ਸਿੰਪਲ ਟੌਪਿਕ ਹੈ, ਸਿੰਪਲ ਸਟੈਪ ਕਹਿ ਲਓ ਕਿ 2 ਪਾਈ ਨੂੰ ਅਲੱਗ ਕਰਤਾ, 2 ਪਾਈ ਨੂੰ ਅਲੱਗ ਕਰਤਾ ਤੇ 1/t ਨੂੰ ਅਲੱਗ ਕਰਤਾ, ਗੱਭੇ ਮਲਟੀਪਲਾਈ ਕੀਤਾ, ਸਾਈਨ ਪਾਇਆ। ਹੁਣ ਦੇਖੋ ਮੈਂ ਤੁਹਾਨੂੰ ਇਹਦੇ ਵਿੱਚ ਦੱਸਿਆ ਸੀ ਕਿ ਜਿਹੜਾ ਟਾਈਮ ਪੀਰੀਅਡ ਆ ਉਹ ਆਪੋਜ਼ਿਟ ਹੁੰਦਾ ਹੈ ਫ੍ਰੀਕੁਐਂਸੀ ਦੇ, ਜਾਂ ਕਹਿ ਲਓ ਫ੍ਰੀਕੁਐਂਸੀ ਇਜ਼ ਆਪੋਜ਼ਿਟ ਟੂ ਟਾਈਮ ਪੀਰੀਅਡ। ਤਾਂ ਜਿਹੜਾ 1/t ਦੀ ਜਗ੍ਹਾ ਮੈਂ ਕੀ ਲਿਖ ਦੂੰਗਾ, ਇਹਨੂੰ ਕਹਿੰਦੇ ਆ ਫ੍ਰੀਕੁਐਂਸੀ ਨਿਊ। ਤੋਂ ਇਹਨੂੰ ਪੁੱਟ ਕਰਨ ਤੋਂ ਬਾਅਦ ਆਹ ਆਪਣੇ ਕੋਲ ਜਿਹੜਾ ਰਿਲੇਸ਼ਨ ਆ ਜਾਂਦਾ ਹੈ, ਇਹ ਰਿਲੇਸ਼ਨ ਦੱਸਦਾ ਆਪਾਂ ਨੂੰ ਐਂਗੂਲਰ ਵੈਲੋਸਿਟੀ ਤੇ ਫ੍ਰੀਕੁਐਂਸੀ ਤੇ ਟਾਈਮ ਪੀਰੀਅਡ ਦੇ ਵਿਚਕਾਰ ਰਿਲੇਸ਼ਨ। ਸੋ ਨੈਕਸਟ ਟੌਪਿਕ ਹੈਗਾ ਡਰਾਈਵ ਦਾ ਰਿਲੇਸ਼ਨਸ਼ਿਪ ਬਿਟਵੀਨ ਲੀਨੀਅਰ ਵੈਲੋਸਿਟੀ ਐਂਡ ਐਂਗੂਲਰ ਵੈਲੋਸਿਟੀ, ਕਿ ਦੋਨਾਂ ਦੇ ਵਿੱਚ ਲੀਨੀਅਰ ਵੈਲੋਸਿਟੀ ਐਂਡ ਐਂਗੂਲਰ ਵੈਲੋਸਿਟੀ ਦੇ ਵਿੱਚ ਕੀ ਰਿਲੇਸ਼ਨ ਆ। ਇੰਪੋਰਟੈਂਟ ਟੌਪਿਕ ਹੈ ਵੀ। ਸੋ ਉਹਦੇ ਲਈ ਆਪਾਂ ਨੇ ਕੀ ਕੀਤਾ, ਇੱਕ ਪਾਰਟੀਕਲ ਲਿਆ ਜੋ ਇੱਕ ਸਰਕੂਲਰ ਪਾਥ ਆ, ਜਿਹਦਾ ਰੇਡੀਅਸ ਆਰ ਆ, ਬਣਾਈ ਹੋਈ ਹੈ ਮੈਂ ਡਾਇਗਰਾਮ ਰਾਈਟ ਸਾਈਡ, ਉਹਦੇ ਅਲੋਂਗ ਮੂਵ ਕਰ ਰਹੇ ਹੈ। ਸਪੋਜ਼ ਜਿਹੜਾ ਪਾਰਟੀਕਲ ਆ ਉਹ ਫਰੋਮ ਏ ਤੋਂ ਬੀ ਗਿਆ ਤੇ ਉਹਨੂੰ ਟਾਈਮ ਲੱਗਿਆ ਡੈਲਟਾ ਟੀ। ਡੈਲਟਾ ਟੀ ਦੇ ਵਿੱਚ ਸਮੇਂ ਦੇ ਵਿਚਕਾਰ, ਟਾਈਮ ਇੰਟਰਵਲ ਦੇ ਵਿਚਕਾਰ ਪਾਰਟੀਕਲ ਏ ਤੋਂ ਬੀ ਜਾਂਦਾ ਹੈ ਤੇ ਡਿਸਟੈਂਸ ਕਵਰ ਕਰਦਾ ਉਹ ਡੈਲਟਾ ਐਸ। ਇੱਥੋਂ ਲੈ ਕੇ ਆ ਕੀ ਉਹਦਾ ਡਿਸਟੈਂਸ ਕਵਰ ਕੀਤਾ ਗਿਆ ਉਹਦੇ ਦੁਆਰਾ। ਫਿਰ ਉਹਦੇ ਵਿੱਚ ਆਪਾਂ ਨੇ ਕੀ ਕੀਤਾ, ਅਲੋਂਗ ਕਿਹੜੀ ਆਰਕ ਸੀ ਉਹ, ਇਹ ਵੀ ਆਰਕ ਦੇ ਅਲੋਂਗ ਉਹਨੇ ਡਿਸਟੈਂਸ ਕਵਰ ਕੀਤਾ। ਹੁਣ ਵੀ ਦੇਖੋ, ਸੋ ਜਿਹੜੀ ਐਂਗੂਲਰ ਡਿਸਪਲੇਸਮੈਂਟ ਆ ਆਪਾਂ ਪੜ੍ਹਿਆ ਹੈ ਉਹ ਕਿਹਦੇ ਬਰਾਬਰ ਹੁੰਦੀ ਹੈ, ਡੈਲਟਾ ਥੀਟਾ ਇਜ਼ ਇਕੁਅਲ ਟੂ ਡੈਲਟਾ ਐਸ ਅਪੋਨ ਆਰ। ਆ ਡੈਫੀਨੇਸ਼ਨ ਆ ਉਹਦੀ ਐਂਗੂਲਰ ਡਿਸਪਲੇਸਮੈਂਟ ਦੀ, ਸਟੱਡੀ ਕੀਤੀ ਹੋਈ ਆਪਾਂ ਨੇ। ਉਹ ਤੋਂ ਬਾਅਦ ਨੈਕਸਟ ਸਟੈਪ ਆ ਜਾਂਦਾ ਇਹਦੇ ਵਿੱਚ, ਕੀ ਕਰਨਾ ਤੁਸੀਂ ਡਿਵਾਈਡ ਕਰ ਦੇਣਾ ਬੋਥ ਸਾਈਡ ਬਾਏ ਡੈਲਟਾ ਟੀ ਨਾਲ। ਇੱਧਰ ਵੀ ਡੈਲਟਾ ਟੀ ਨਾਲ ਡਿਵਾਈਡ ਕੀਤਾ ਤੇ ਇੱਧਰ ਵੀ ਡੈਲਟਾ ਟੀ ਨਾਲ ਮੈਂ ਡਿਵਾਈਡ ਕੀਤਾ, ਤਾਂ ਕੀ ਆ ਗਿਆ ਆਪਣੇ ਕੋਲ, ਡੈਲਟਾ ਥੀਟਾ ਇਜ਼ ਇਕੁਅਲ ਟੂ ਡੈਲਟਾ ਥੀਟਾ ਅਪੋਨ ਡੈਲਟਾ ਟੀ ਇਜ਼ ਇਕੁਅਲ ਟੂ 1/r। ਆਰ ਨੂੰ ਸਾਈਡ ਲੈ ਜਾਓ, ਜਿਹੜਾ ਥੱਲੇ ਸੀ ਡਿਨੋਮੀਨੇਟਰ ਦੇ ਵਿੱਚ, ਤੇ ਉਹਦੀ ਜਗ੍ਹਾ ਆਪਾਂ ਕੀ ਕਰਤਾ, ਡੈਲਟਾ ਐਸ ਨੂੰ ਡੈਲਟਾ ਟੀ ਨਾਲ ਡਿਵਾਈਡ ਕਰਤਾ ਦੋਨੋਂ ਸਾਈਡ। ਤੋਂ ਬਾਅਦ ਜਿਹੜਾ ਨੈਕਸਟ ਸਟੈਪ ਆ ਜਾਂਦਾ ਆਪਣਾ, ਉਹ ਹੈਗਾ ਆਪਾਂ ਨੇ ਬੋਥ ਸਾਈਡ ਲੈਫਟ ਸਾਈਡ ਅਤੇ ਰਾਈਟ ਸਾਈਡ ਕੀ ਲੈਣੀ ਹੈ, ਲਿਮਿਟ ਲੈਣੀ ਆ ਜੋ ਡੈਲਟਾ ਟੀ ਅਪਰੋਚਿਸ ਟੂ 0 ਹੋਵੇ। ਤਾਂ ਆਪਾਂ ਨੇ ਲਿਮਿਟ ਲਈ ਸਟੈਪ ਦੇ ਵਿਚਕਾਰ ਦੇਖੋ, ਲਿਮਿਟ ਡੈਲਟਾ ਟੀ ਅਪਰੋਚਿਸ ਟੂ 0 ਡੈਲਟਾ ਥੀਟਾ ਅਪੋਨ ਡੈਲਟਾ ਟੀ ਇਕੁਅਲ ਟੂ 1/r। ਫਿਰ ਲਿਮਿਟ ਲਈ ਡੈਲਟਾ ਟੀ, ਲਿਮਿਟ ਡੈਲਟਾ ਟੀ ਅਪਰੋਚਿਸ ਟੂ 0 ਡੈਲਟਾ ਐਸ ਅਪੋਨ ਡੈਲਟਾ ਟੀ। ਹੁਣ ਆਹ ਦੇਖੋ ਵੀ, ਜੇ ਆਪਾਂ ਦੱਸਿਆ ਸੀ ਤੁਹਾਨੂੰ ਮੈਂ ਕਿ ਜਦੋਂ ਆਪਾਂ ਲਿਮਿਟ ਲੈ ਲੈਂਦੇ ਹਾਂ ਤਾਂ ਆਪਾਂ ਬਹੁਤ ਸਮਾਲ ਟਾਈਮ ਇੰਟਰਵਲ ਦੀ ਗੱਲ ਕਰਦੇ ਹਾਂ, ਤਾਂ ਜਿਹੜਾ ਡੈਲਟਾ ਕਿਹਦੇ ਵਿੱਚ ਚੇਂਜ ਹੋ ਜਾਂਦਾ ਹੈ, ਡੀ ਦੇ ਵਿੱਚ ਚੇਂਜ ਹੋ ਜਾਂਦਾ। ਆਹ ਦੇਖੋ, ਤਾਂ ਜਿਹੜਾ ਡੈਲਟਾ ਥੀਟਾ ਅਪੋਨ ਡੈਲਟਾ ਟੀ ਸੀ ਉਹ ਕਿਹਦੇ ਇਕੁਅਲ ਆ ਗਿਆ, ਡੀ ਥੀਟਾ ਅਪੋਨ ਡੀ ਟੀ ਦੇ। ਸੇਮ ਜਦੋਂ ਆਪਾਂ ਲਿਮਿਟ ਲਈ ਡੈਲਟਾ ਐਸ ਅਪੋਨ ਡੈਲਟਾ ਟੀ, then it will also convert into ds upon dt। ਹੁਣ ਇਹਦੇ ਵਿੱਚ ਆਪਾਂ ਆ ਪੜਿਆ ਸੀ ਕਿ ਜਿਹੜਾ ਡੈਲਟਾ ਥੀਟਾ ਅਪੋਨ ਡੈਲਟਾ ਟੀ ਆ, ਇਹ ਕਿਹਦੇ ਬਰਾਬਰ ਹੁੰਦਾ ਹੈ, ਓਮੇਗਾ। ਓਮੇਗਾ ਕੀ ਸੀ ਬਈ, ਓਮੇਗਾ ਸੀ ਆਪਣਾ ਐਂਗੂਲਰ ਵੈਲੋਸਿਟੀ ਜੋ ਆਪਾਂ ਸਟੱਡੀ ਕੀਤੀ ਹੈ। ਤੇ ਜਿਹੜਾ ds ਅਪੋਨ dt ਆ, ਇਹ ਹੈਗੀ ਆਪਣੀ ਸਿੰਪਲ ਵੈਲੋਸਿਟੀ, ਜਿਹਨੂੰ ਆਪਾਂ ਕਹਿ ਲਓ ਲੀਨੀਅਰ ਵੈਲੋਸਿਟੀ ਕਹਿ ਸਕਦੇ ਹਾਂ। ਤਾਂ ਜਿਹੜੀਆਂ ਵੈਲਿਊ ਮੈਂ ਆਫਟਰ ਪੁੱਟਿੰਗ ਦਾ ਲਿਮਿਟ ਫਾਈਂਡ ਕੀਤੀਆਂ, ਉਹਨਾਂ ਨੂੰ ਮੈਂ ਇਸ ਦੇ ਵਿੱਚ ਸਬਸਟੀਟਿਊਟ ਕਰਤਾ। ਤਾਂ ਇਹਦੀ ਜਗ੍ਹਾ ਲਿਮਿਟ ਡੈਲਟਾ ਟੀ ਅਪਰੋਚਿਸ ਟੂ 0 ਕੀ ਆ ਗਿਆ, ਓਮੇਗਾ ਆ ਗਿਆ 1/r। ਤੇ ਇਹਦੀ ਜਗ੍ਹਾ ਕੀ ਲਿਖਤਾ ਆਪਾਂ ਨੇ, ਸਿੰਪਲ ਵੀ। ਤਾਂ ਫਿਰ ਕ੍ਰਾਸ ਮਲਟੀਪਲਾਈ ਕੀਤਾ ਮੈਂ, ਆਰ ਨੂੰ
उधर लै गया मल्टीप्लाई किया तो की आ गया v इज इक्वल टू ओमेगा आर। ये की आ गया रिलेशनशिप आ गया अपना बिटवीन लीनियर वेलोसिटी एंड एंगुलर वेलोसिटी। हुण अगे इहदे विच आह जिहड़ी मैं बनाया है ये की है, तुहानूं दस्सिया सी कि जिहड़ी वेलोसिटी आ वो एक वैक्टर क्वांटिटी है। सो जे वैक्टर क्वांटिटी आ तां इहनूं आपां वैक्टर इहनूं कहने आ वैक्टर नोटेशन। जे आपां इहनूं वैक्टर नोटेशन दे विच लिखना होवे तां किवें लिखांगे? ਤਾਂ v ਦੇ ਉੱਪਰ ਵੈਕਟਰ ਪਾ ਕੇ ਇਜ਼ ਇਕੁਅਲ ਟੂ ਓਮੇਗਾ ਦੇ ਉੱਪਰ ਵੈਕਟਰ ਤੇ r ਦੇ ਉੱਪਰ ਵੈਕਟਰ ਤੇ ਜਿਹੜਾ ਗੱਬੇ ਸਾਈਨ ਪਾਇਆ ਇਹ ਹੁੰਦਾ ਕ੍ਰਾਸ ਪ੍ਰੋਡਕਟ। ਦੁਬਾਰਾ ਚ ਲਿਖ ਦਿੰਦਾ ਮੈਂ, ਓਮੇਗਾ ਦੇ ਉੱਪਰ ਵੈਕਟਰ ਤੇ r ਦੇ ਉੱਪਰ ਵੈਕਟਰ, ਜਿਹੜਾ ਵਿਚਕਾਰ ਸਾਈਨ ਪਾਇਆ ਇਹਨੂੰ ਕਿਹਾ ਜਾਂਦਾ ਕ੍ਰਾਸ ਪ੍ਰੋਡਕਟ। ਇਹ ਜਦੋਂ ਮੈਂ ਇੱਕ ਟੌਪਿਕ ਕ੍ਰਾਸ ਪ੍ਰੋਡਕਟ ਕਰਾਵਾਂਗਾ ਜਾਂ ਉਹਦੇ ਵਿੱਚ ਤੁਸੀਂ ਦੇਖ ਲੈਣਾ ਸਾਰਾ ਇਹ ਕ੍ਰਾਸ ਪ੍ਰੋਡਕਟ ਕੀ ਹੁੰਦੀ ਹੈ, ਜਿਹਨੂੰ ਆਪਾਂ ਵੈਕਟਰ ਪ੍ਰੋਡਕਟ ਦਾ ਦੂਆ ਪਾਰਟ ਪੜਾਂਗੇ। ਪਹਿਲਾਂ ਆਪਾਂ ਨੇ ਸਕੇਲਰ ਪ੍ਰੋਡਕਟ ਪੜਿਆ ਸੀ, ਹੁਣ ਆਪਾਂ ਇਹ ਚੋਂ ਬਾਅਦ ਇੱਕ ਟੌਪਿਕ ਰਹਿ ਗਿਆ ਸੀ ਉਹ ਕਰਾਂਗੇ ਸਿੰਪਲ ਆ। ਸੋ ਜਿਹੜੇ ਆਹ ਰਿਲੇਸ਼ਨ ਆਇਆ ਆਹ ਇਹਨੂੰ ਕਹਿੰਦੇ ਆਪਾਂ ਵੈਕਟਰ ਨੋਟੇਸ਼ਨ ਫਾਰ ਲੀਨੀਅਰ ਵੈਲੋਸਿਟੀ ਅਤੇ ਐਂਗੂਲਰ ਵੈਲੋਸਿਟੀ ਦਾ ਰਿਲੇਸ਼ਨ ਵਾਲਾ। ਸੋ ਇਹ ਵੀ ਇੰਪੋਰਟੈਂਟ ਟੌਪਿਕ ਆ। ਸੋ ਲਾਸਟ ਟੌਪਿਕ ਹੈਗਾ ਆਪਣਾ ਅੱਜ ਡਿਫਾਈਨ ਐਂਗੂਲਰ ਐਕਸਲੇਸ਼ਨ ਕੀ ਹੁੰਦੀ ਹੈ, ਫਿਰ ਰਿਡਿਊਸ ਕਰੋ ਕਿ ਰਿਲੇਸ਼ਨਸ਼ਿਪ ਆ ਲੀਨੀਅਰ ਐਕਸਲੇਸ਼ਨ ਆ ਇਹਦਾ। ਪਹਿਲਾਂ ਤਾਂ ਐਂਗੂਲਰ ਐਕਸਲੇਸ਼ਨ ਕੀ ਹੁੰਦੀ ਆ, ਰੇਟ ਆਫ ਚੇਂਜ ਆਫ ਐਂਗੂਲਰ ਵੈਲੋਸਿਟੀ ਜੋ ਆਪਾਂ ਪਹਿਲਾਂ ਪੜ੍ਹ ਕੇ ਹਟੇ ਆ ਆਫ ਅ ਪਾਰਟੀਕਲ ਇਜ਼ ਕਾਲਡ ਇਟਸ ਐਂਗੂਲਰ ਐਕਸਲੇਸ਼ਨ। ਸੋ ਆ ਡੈਫੀਨੇਸ਼ਨ ਆ। ਉਸ ਤੋਂ ਬਾਅਦ ਇਹਦਾ ਜਿਹੜਾ ਫਾਰਮੂਲਾ ਹੈ ਉਹ ਹੈਗਾ, ਦੇਖੋ ਜਿਹੜਾ ਐਂਗੂਲਰ ਐਕਸਲੇਸ਼ਨ ਆ ਉਹਨੂੰ ਇਸ ਸਿੰਬਲ ਨਾਲ ਲਿਖਦੇ ਆ। ਇਹ ਕੀ ਹੁੰਦਾ, ਅਲਫਾ ਦੇ ਉੱਪਰ ਬਾਰ ਪਾ ਦੋ, ਇਹ ਹੁੰਦਾ ਐਂਗੂਲਰ ਐਕਸਲੇਸ਼ਨ ਦਾ ਸਿੰਬਲ। ਇਕੁਅਲ ਹੈ ਡੈਲਟਾ ਓਮੇਗਾ ਅਪੋਨ ਡੈਲਟਾ ਟੀ, ਰੇਟ ਆਫ ਚੇਂਜ ਆਫ ਐਂਗੂਲਰ ਜਿਹਨੂੰ ਆਪਾਂ ਵੈਲੋਸਿਟੀ ਕਹਿੰਦੇ ਆ। ਜੇ ਆਪਾਂ ਨੇ ਇੰਸਟੈਂਟੇਨੀਅਸ ਐਕਸਲੇਸ਼ਨ ਫਾਈਂਡ ਕਰਨੀ ਹੋਵੇ ਇਨ 2 ਡਾਇਮੈਂਸ਼ਨ ਤਾਂ ਆਪਾਂ ਕੀ ਕਰਾਂਗੇ, ਲਿਮਿਟ ਲੈ ਲਾਂਗੇ ਇਹਦੀ। ਆ ਦੇਖੋ ਲਿਮਿਟ ਲਈ ਤਾਂ ਆਪਣੇ ਕੋਲ ਜਿਹੜਾ ਡੈਲਟਾ ਕਿਹਦੇ ਵਿੱਚ ਕਨਵਰਟ ਹੋ ਗਿਆ, ਡੀ ਓਮੇਗਾ ਅਪੋਨ ਡੀ ਟੀ। ਸੋ ਇਹ ਸੀ ਆਪਣਾ ਇਹਦਾ ਡੈਫੀਨੇਸ਼ਨ, ਐਂਗੂਲਰ ਐਕਸਲੇਸ਼ਨ ਕੀ ਹੁੰਦੀ ਆ, ਇੰਸਟੈਂਟੇਨੀਅਸ ਐਕਸਲੇਸ਼ਨ ਕੀ ਹੁੰਦੀ ਹੈ। ਨੈਕਸਟ ਜਿਹੜਾ ਆਪਣਾ ਹੈਗਾ ਟੌਪਿਕ ਇਹਦੇ ਵਿੱਚ ਉਹ ਆਪਾਂ ਨੇ ਰਿਲੇਸ਼ਨ ਫਾਈਂਡ ਕਰਨਾ ਹੈ ਇਹ ਲੀਨੀਅਰ ਐਕਸਲੇਸ਼ਨ ਨਾਲ, ਜਿਹਨੂੰ ਆਪਾਂ ਏ ਦੇ ਨਾਲ ਲਿਖਦੇ ਹੁੰਦੇ ਸੀ ਕਿ ਇਹ ਕਿਹਦੇ ਬਰਾਬਰ ਹੋਊਗਾ। ਤਾਂ ਦੇਖੋ ਇਹਦੇ ਲਈ ਕੀ ਕੀਤਾ ਆਪਾਂ ਨੇ, ਪਹਿਲਾਂ ਤਾਂ ਦੇਖੋ ਇਹਦੀ ਯੂਨਿਟ ਤੁਹਾਨੂੰ ਪਤਾ ਹੈ ਕੀ ਹੁੰਦੀ ਆ, ਰੇਡੀਅਨ ਪਰ ਸੈਕਿੰਡ ਸਕੁਅਰ ਇਹਦੀ ਯੂਨਿਟ ਆ। ਆਹ ਡਾਇਮੈਂਸ਼ਨ ਫਾਰਮੂਲਾ। ਰਿਲੇਸ਼ਨ ਫਾਈਂਡ ਕਰਨ ਵਾਸਤੇ ਪਹਿਲਾਂ ਆਪਾਂ ਨੇ ਜੋ ਪਿੱਛੇ ਪੜ੍ਹ ਕੇ ਹਟੇ ਆ ਲੀਨੀਅਰ ਵੈਲੋਸਿਟੀ ਅਤੇ ਐਂਗੂਲਰ ਵੈਲੋਸਿਟੀ ਦਾ ਰਿਲੇਸ਼ਨ ਉਹ ਲਿਖਿਆ, ਜੋ ਕੀ ਹੁੰਦਾ v ਇਜ਼ ਇਕੁਅਲ ਟੂ ਓਮੇਗਾ r ਦੇ ਬਰਾਬਰ ਹੁੰਦਾ। ਫਿਰ ਇਹ ਤੋਂ ਬਾਅਦ ਜਿਹੜਾ ਨੈਕਸਟ ਸਟੈਪ ਆ ਉਹ ਕੀ ਕੀਤਾ, ਮੈਂ ਡਿਫਰੈਂਸ਼ੀਏਟ ਕਰਤਾ, ਮਤਲਬ ਡੈਰੀਵੇਟਿਵ ਕਰਤਾ ਬੋਥ ਸਾਈਡ। ਇਹਦੇ ਨਾਲ ਕਰਤਾ ਟਾਈਮ ਨਾਲ, ਟੀ ਨਾਲ। ਤਾਂ ਜਿਹੜਾ ਆਪਣਾ ਕੀ ਲਿਖਿਆ ਸੀ v ਇਜ਼ ਇਕੁਅਲ ਟੂ ਓਮੇਗਾ r, ਉਹ ਕੀ ਆ ਗਿਆ, ਡੈਰੀਵੇਟਿਵ ਹੁੰਦਾ dv ਅਪੋਨ dt ਇਜ਼ ਇਕੁਅਲ ਟੂ ਡੈਰੀਵੇਟਿਵ ਆਫ d ਅਪੋਨ dt ਨਾਲ ਕੀ ਆ ਓਮੇਗਾ r ਦਾ। ਤਾਂ ਇਹਦੇ ਵਿੱਚ ਕੀ ਕੀਤਾ ਮੈਂ, ਜਿਹੜਾ r ਆ ਉਹਨੂੰ ਇਸ ਡੈਰੀਵੇਟਿਵ ਤੋਂ ਬਾਹਰ ਕੱਢਤਾ। ਦੇਖੋ ਜਿਹੜਾ r ਸੀ ਰੇਡੀਅਸ ਆ, ਰੇਡੀਅਸ ਹਮੇਸ਼ਾ ਕਾਂਸਟੈਂਟ ਰਹਿੰਦਾ ਥਰੂ ਆਊਟ ਦਾ ਮੋਸ਼ਨ। ਸੋ ਇਹ ਕੀ ਆ, ਜਿਹੜਾ ਡੈਰੀਵੇਟਿਵ ਤੋਂ ਬਾਹਰ ਆ ਗਿਆ r, ਤਾਂ ਕੀ ਬਣ ਗਿਆ ਆਪਣਾ ਇਹਦੇ ਵਿੱਚ dv ਅਪੋਨ dt ਇਕੁਅਲ ਟੂ r ਇੰਟੂ d ਓਮੇਗਾ ਅਪੋਨ d। ਸੋ ਜਦੋਂ ਇਹਦਾ ਡੈਰੀਵੇਟਿਵ ਕੀਤਾ d ਅਪੋਨ dt ਉਹ ਕਿਹਦੇ ਬਰਾਬਰ ਆਇਆ, a ਦੇ। r ਆਪਾਂ ਪਹਿਲਾਂ ਹੀ ਲਿਖਿਆ ਸੀ, ਆ ਹੁਣੇ ਕਰਕੇ ਹਟੇ ਆਪਾਂ ਇੰਸਟੈਂਟੇਨੀਅਸ ਐਕਸਲੇਸ਼ਨ ਕਿਹਦੇ ਬਰਾਬਰ ਹੁੰਦੀ ਹੈ, ਇਹ d ਓਮੇਗਾ ਅਪੋਨ dt ਅਲਫਾ ਦੇ, ਹਨਾ। ਸੋ ਇਹ ਸੀ ਸਿੰਪਲ। ਜੇ ਤੁਸੀਂ ਇਹਦਾ ਵੈਕਟਰ ਨੋਟੇਸ਼ਨ ਲਿਖਣਾ ਹੈ, ਜੇ ਤੁਸੀਂ ਇਹਦਾ ਵੈਕਟਰ ਨੋਟੇਸ਼ਨ ਮਤਲਬ ਦੋਨੋਂ ਸਾਈਡ ਵੈਕਟਰ ਹੋਵੇ ਤਾਂ ਆਪਾਂ ਕਿਵੇਂ ਲਿਖਦੇ ਹੁੰਦੇ ਆ, a ਦੇ ਉੱਪਰ ਵੈਕਟਰ ਇਕੁਅਲ ਟੂ r ਵੈਕਟਰ ਕ੍ਰਾਸ, ਇਹ ਕੀ ਅਰਥ ਹੈ,
ਮਲਟੀਪਲਾਈ ਨਹੀਂ ਹੈਗਾ, ਇਹਨੂੰ ਕਹਿੰਦੇ ਆ ਕ੍ਰਾਸ ਪ੍ਰੋਡਕਟ ਇਨਟੂ ਕ੍ਰਾਸ ਪ੍ਰੋਡਕਟ ਨਾਲ ਕੀ ਆ ਅਲਫਾ ਵੈਕਟਰ। ਸੋ ਇਹ ਹੈਗਾ ਆਪਣਾ ਅੱਜ ਦਾ ਲਾਸਟ ਟੌਪਿਕ। ਆਪਾਂ ਨੇ ਇਹਦੇ ਵਿੱਚ ਪਹਿਲਾਂ ਤਾਂ ਸ਼ੁਰੂਆਤ ਦੇ ਵਿੱਚ ਐਂਗੂਲਰ ਡਿਸਪਲੇਸਮੈਂਟ, ਵੈਲੋਸਿਟੀ, ਫਿਰ ਟਾਈਮ ਪੀਰੀਅਡ ਕੀ ਹੁੰਦਾ ਹੈ, ਉਹ ਤੋਂ ਬਾਅਦ ਫ੍ਰੀਕੁਐਂਸੀ ਪੜ੍ਹੀ, ਫਿਰ ਇਹਨਾਂ ਤਿੰਨਾਂ ਦਾ ਰਿਲੇਸ਼ਨ ਪੜ੍ਹਿਆ ਇਹਦੇ ਵਿੱਚ ਟਾਈਮ ਪੀਰੀਅਡ, ਫ੍ਰੀਕੁਐਂਸੀ ਅਤੇ ਐਂਗੂਲਰ ਵੈਲੋਸਿਟੀ ਦਾ। ਉਹ ਤੋਂ ਬਾਅਦ ਫਿਰ ਆਪਾਂ ਨੇ ਇਹਦੇ ਵਿੱਚ ਪੜ੍ਹਿਆ ਸੀ ਕਿ ਕੀ ਕਹਿੰਦੇ ਹੁੰਦੇ ਆ ਲੀਨੀਅਰ ਵੈਲੋਸਿਟੀ ਅਤੇ ਐਂਗੂਲਰ ਵੈਲੋਸਿਟੀ ਦੇ ਵਿੱਚ ਕਿਵੇਂ ਆਪਾਂ ਰਿਲੇਸ਼ਨ ਡਰਾਈਵ ਕਰ ਸਕਦੇ ਹਾਂ। ਤੇ ਲਾਸਟ ਜਿਹੜਾ ਸੀ ਆਪਣਾ ਐਂਗੂਲਰ ਐਕਸਲਰੇਸ਼ਨ ਕੀ ਹੁੰਦੀ ਆ ਅਤੇ ਉਹਨਾਂ ਦਾ ਰਿਲੇਸ਼ਨ ਦੱਸਣਾ ਆਪਾਂ ਨੇ ਲੀਨੀਅਰ ਐਕਸਲਰੇਸ਼ਨ ਨਾਲ।